ਦੁਨੀਆ ਦੇ ਨਕਸ਼ੇ ਤੇ ਝਾਤ ਮਾਰਿਓ, ਉੱਥੇ ਇੱਕ ਛੋਟਾ ਜਿਹਾ ਮੁਲਕ ਦਿਸੇਗਾ, ਪੋਲੈਂਡ। ਬਰਫ਼ ਸਾਰੇ ਪਾਸੇ ਦਿਸਦੀ ਤੇ ਫਿਰ ਉਸੇ ਦੇ ਅੰਦਰ 350 ਸਾਲ ਜੇ ਪਿਛਾਂ ਚੱਲੀਏ, ਕੁਰਾਕਾਓ ਇੱਕ ਥਾਂ ਸੀ ਜਿੱਥੇ ਪਤਾ ਜੇ ਕੀ ਹੁੰਦਾ ਸੀ। ਉੱਥੇ 2 ਹਿੱਸਿਆਂ ਵਿੱਚ ਉਹ ਸ਼ਹਿਰ ਵੰਡਿਆ ਪਿਆ ਸੀ। ਇੱਕ ਸੀ ਰੱਜੇ ਪੁੱਜਿਆਂ ਦਾ ਹਿੱਸਾ, ਯਾਨੀ ਸਾਰੇ ਉਹ ਸਨ ਜਿਹੜੇ ਅਮੀਰ ਅਖਵਾਉਂਦੇ ਸਨ, ਆਪਣੇ ਆਪ ਨੂੰ ਉੱਚਾ ਅਖਵਾਉਂਦੇ ਸਨ। ਤੇ ਇੱਕ ਦੂਜਾ ਪਾਸਾ ਸੀ, ਨਦੀ ਦੇ ਦੂਜਾ ਪਾਸਾ, ਜਿੱਥੇ ਗਰੀਬ ਲੋੜਵੰਦ ਲੋਕ ਵਸਦੇ ਸਨ। ਉੱਥੇ ਤੇ ਇੱਕ ਵਾਰ ਜੋ ਉਸ ਸਮੇਂ ਦੇ ਕਹਿ ਲਓ, ਆਪਾਂ ਅੱਜ ਦੀ ਦਿਹਾੜੀ ਦਾ ਜੇ ਗੱਲ ਕਰਨਾ ਚਾਹੁੰਦੇ ਹਾਂ ਮਿਲਾਉਣ ਲਈ, ਤਾਂ ਉਹ ਮੇਅਰ ਜਿਸ ਤਰੀਕੇ ਦੇ ਉਸ ਥਾਂ ਦੇ ਉਹ ਹੋਏ, ਹਾਲਾਂਕਿ ਇਹ ਸ਼ਬਦ ਨਹੀਂ ਸੀ ਉਦੋਂ ਵਰਤਿਆ ਜਾਂਦਾ। ਕਮਾਲ ਦੇਖੋ ਕਿ ਉਹਨਾਂ ਫੈਸਲਾ ਲਿਆ ਕਿ ਇਹ ਪਾੜ ਆਖਰ ਕਿਉਂ? ਇਨਸਾਨ ਨੇ ਸਿਰਫ ਇੱਕ ਪੈਸੇ ਦੀ ਹੀ ਕਮੀ ਹੈ, ਜਾਂ ਉਹਨਾਂ ਪੜ੍ਹ ਨਹੀਂ ਸਕੇ, ਉਹਨਾਂ ਲਿਖ ਨਹੀਂ ਸਕੇ, ਪਰ ਹਨ ਤਾਂ ਇਨਸਾਨ ਹੀ। ਤੇ ਫਿਰ ਇੱਕ ਦੂਜੇ ਦੀਆਂ ਜ਼ਿੰਦਗੀਆਂ ਵਿੱਚ ਝਾਤ ਮਾਰਨ ਦਾ ਇੱਕ ਵੱਖ ਢੰਗ ਲੱਭੀਏ। ਪਤਾ ਜੇ ਉਹ ਢੰਗ ਕੀ ਸੀ? ਇੱਕ ਪੁਲ ਬਣਾ ਦਿੰਨੇ ਆ, ਜਿੱਥੇ ਮੀਲਾਂ ਲੰਬਾ ਸਫ਼ਰ ਕਰਕੇ ਜਾਣਾ ਦੂਜੇ ਪਾਸੇ, ਸਿਰਫ ਇਸ ਕਾਰਨ ਕਿ ਉੱਥੇ ਇੱਕ ਪਾਸੇ ਰੱਜੇ ਪੁੱਜੇ ਨੇ, ਇੱਕ ਪਾਸੇ ਗਰੀਬ ਨੇ। ਕਿਉਂ ਨਾ ਇੱਕ ਪੁਲ ਬਣਾ ਦਿੱਤਾ ਜਾਵੇ, ਇੱਕ ਦੂਜੇ ਦੀਆਂ ਜ਼ਿੰਦਗੀਆਂ 'ਚੋਂ ਕੁਝ ਸਿੱਖਿਆ ਵੀ ਜਾ ਸਕਦਾ ਹੈ, ਝਾਤ ਵੀ ਮਾਰੀ ਜਾ ਸਕਦੀ ਹੈ। ਸੋ ਪੁਲ ਬਣਨ ਦੀਆਂ ਤਿਆਰੀਆਂ ਹੋ ਗਈਆਂ। ਪੁਲ ਵੀ ਇਸ ਤਰੀਕੇ ਦਾ ਸੀ ਕਿ ਜਿੱਥੇ ਸ਼ੁਰੂਆਤੀ ਸਮੇਂ ਬੜਾ ਖੂਬਸੂਰਤ ਪੌੜੀਆਂ ਤੇ ਫਿਰ ਵਿਚਕਾਰ ਜਿਵੇਂ ਪੁਲ ਹੁੰਦਾ ਜੇ। ਖੂਬਸੂਰਤੀ ਦੇ ਚੱਕਰ ਵਿੱਚ ਪੈਸੇ ਬਹੁਤ ਲੱਗ ਗਏ। ਪੁਲ ਤਾਂ ਤਿਆਰ ਹੋ ਗਿਆ, ਹੁਣ ਇਹ ਸੋਚਿਆ ਗਿਆ ਕਿ ਬਈ ਇੰਨਾ ਖਰਚਾ ਆਖਰ ਅਸੀਂ ਕੱਢਾਂਗੇ ਕਿਵੇਂ? ਪਤਾ ਜੇ ਫਿਰ ਕੀ ਕੀਤਾ ਗਿਆ? ਸਾਰੇ ਉੱਥੇ ਜਿੰਨੇ ਵੀ ਬੈਠੇ ਸਨ, ਮੁਲਾਜ਼ਮ ਸਰਕਾਰੀ ਵੀ ਬਹਿ ਗਏ ਤੇ ਉੱਥੇ ਅਫਸਰ ਵੀ ਬਹਿ ਗਏ ਕਿ ਭਾਈ ਇਹ ਹੁਣ ਖਰਚਾ ਕਿਵੇਂ ਕੱਢੀਏ। ਪੁਲ ਤਾਂ ਬਣਾਇਆ ਸੀ ਇੱਕ ਦੂਜੇ ਦੀਆਂ ਜ਼ਿੰਦਗੀਆਂ 'ਚ ਝਾਤ ਮਾਰਨ ਲਈ। ਹੁਣ ਸਾਰੇ ਬੈਠੇ, ਕਰੀਏ ਤਾਂ ਕੀ ਕਰੀਏ? ਅਖੀਰ ਇੱਕ ਨੇ ਇੱਦਾਂ ਸਲਾਹ ਦਿੱਤੀ, ਭਈ ਕਿਉਂ ਨਾ ਟੈਕਸ ਲਾ ਦਿੱਤਾ ਜਾਵੇ, ਸਾਰਾ ਪੈਸਾ ਰਿਕਵਰ ਹੋ ਜਾਣਾ। ਇੱਕੋ ਦਮ ਸਾਰਿਆਂ ਨੇ ਨਾ ਕਰ ਦਿੱਤੀ। ਬਾਕੀਆਂ ਨੇ, ਓਏ ਕਮਲਾ, ਉਹ ਤਾਂ ਅੱਗੇ ਹੀ ਗਰੀਬ ਨੇ, ਰੋਟੀ ਜੋਗੇ ਪੈਸੇ ਨਹੀਂ, ਟੈਕਸ ਕਿੱਥੋਂ ਦੇਣਗੇ? ਸੋ ਇਹ ਗੱਲ ਰੱਦ ਹੋ ਗਈ। ਪਰ ਫਿਰ ਹੋਰ ਜ਼ਰੀਆ ਹੀ ਕੀ ਸੀ? ਫਿਰ ਅਖੀਰ ਕਿਸੇ ਨੇ ਸਲਾਹ ਦਿੱਤੀ, ਭਈ ਚਲੋ ਟੈਕਸ ਇੱਦਾਂ ਕਰਦੇ ਹਾਂ, ਸਿਰਫ ਅਮੀਰਾਂ ਤੋਂ ਹੀ ਲੈ ਲੈਂਦੇ ਹਾਂ, ਗਰੀਬਾਂ ਤੋਂ ਲੈਂਦੇ ਨਹੀਂ ਤਾਂ ਚਲੋ ਰੱਜੇ ਪੁੱਜੇ ਤਾਂ ਟੈਕਸ ਦੇਣ ਯੋਗ ਨੇ, ਉਹ ਦੇ ਦੇਣਗੇ। ਤੇ ਫਿਰ ਸਾਡਾ ਘੱਟੋ ਘੱਟ ਜਿਹੜਾ 2 ਸਾਲ ਜਾਂ 10 ਹੋਣੇਗਾ ਸੀ, ਉਹ 10 ਸਾਲ ਵਿੱਚ ਪੂਰਾ ਹੋ ਜਾਏਗਾ, ਕੋਈ ਗੱਲ ਨਹੀਂ, ਪਰ ਘੱਟੋ ਘੱਟ ਅਸੀਂ ਇਨਸਾਨੀਅਤ ਜ਼ਿੰਦਾ ਕਰ ਸਕਾਂਗੇ। ਚਲੋ ਜੀ, ਇਹ ਰਲ ਮਿਲ ਕੇ ਮਤਾ ਪਾਸ ਹੋ ਗਿਆ ਕਿ ਠੀਕ ਹੈ ਜੀ, ਰੱਜੇ ਪੁੱਜੇ ਹੀ ਟੈਕਸ ਦੇਣਗੇ। ਹੁਣ ਗੱਲ ਉੱਠੀ ਕਿ ਭਈ ਕਿਵੇਂ ਪਛਾਣਾਂਗੇ ਰੱਜੇ ਪੁੱਜੇ? ਅੱਧੇ ਜਣੇ ਤਾਂ ਖਿੜਖਿੜਾ ਕੇ ਹੱਸ ਪਏ। ਲਓ ਜੀ, ਇਹ ਵੀ ਮੁਸ਼ਕਿਲ ਹੈ। ਰੱਜੇ ਪੁੱਜਿਆਂ ਨੂੰ ਲੱਭਣਾ ਵੀ ਕੋਈ ਮੁਸ਼ਕਿਲ ਹੁੰਦਾ? ਭਈ ਕੱਪੜੇ ਦੇਖਾਂਗੇ, ਟੌਰ ਦੇਖਾਂਗੇ, ਥੋੜੀ ਜਿਹੀ ਗਰਦਨ ਆਕੜੀ ਵੇਖਾਂਗੇ ਤੇ ਟੈਕਸ ਧਰਾ ਲਵਾਂਗੇ। ਵਿੱਚ ਇੱਕ ਜੋ ਬਹੁਤ ਜ਼ਿਆਦਾ ਰੱਜਿਆ ਪੁੱਜਿਆ ਨਹੀਂ ਸੀ, ਉੱਥੇ ਸ਼ਾਮਲ ਸੀ, ਵਿਚਕਾਰਲੇ ਮੇਲ ਦਾ, ਕਹਿਣ ਲੱਗਾ, ਇੰਨਾ ਵੀ ਨਿਰਾਦਰ ਨਾ ਕਰੋ। ਤੁਸੀਂ ਤਾਂ ਇਹ ਸੋਚਦੇ ਹੋ ਕਿ ਗਰੀਬ ਏ, ਕਿ ਅਣਖ ਤਾਂ ਨਹੀਂ ਮਾਰ ਲਈ? ਅਣਖ ਤਾਂ ਹੈ ਨਾ, ਸਿਰਫ ਪੈਸੇ ਦੀ ਕਮੀ ਹੈ। ਪਰ ਉਹਨਾਂ ਦੇ ਕੋਲ ਇਹ ਸੋਚ ਲੈਣਾ ਕਿ ਇੰਨੇ ਵੀ ਢੰਗ ਦੇ ਕੱਪੜੇ ਨਹੀਂ, ਇੱਕ ਵੀ ਨਹੀਂ, ਕਿ ਜਿਹੜੇ ਉਹ ਸਾਫ਼ ਸੁਥਰੇ ਪਾ ਕੇ ਲੰਘ ਸਕਣਗੇ। ਇਹ ਸੰਭਵ ਨਹੀਂ। ਇਹ ਗੱਲ ਨਹੀਂ ਕਿ ਅਸੀਂ ਜੇ ਇਹ ਸੋਚਦੇ ਹਾਂ ਕਿ ਗਰੀਬ ਹੋਣ ਨਾਲ ਸਿਰ ਵੀ ਚੁੱਕਣਾ ਗੁਨਾਹ ਹੈ ਤਾਂ ਗਲਤ। ਇਹ ਨਹੀਂ ਹੋਣਾ ਚਾਹੀਦਾ, ਇਹ ਤਾਂ ਠੀਕ ਨਹੀਂ। ਫਿਰ ਬੈਠੇ 1 ਦਿਨ, 2 ਦਿਨ, 3 ਦਿਨ, ਸਮਝ ਨਾ ਆਵੇ ਕਿ ਫਿਰ ਅਸੀਂ ਕਿਸ ਤਰੀਕੇ ਲੱਭਾਂਗੇ, ਕਿਉਂਕਿ ਸਾਰੇ ਰੱਜੇ ਪੁੱਜੇ ਵੀ ਇੱਕੋ ਜਿਹੀ ਪੋਸ਼ਾਕ ਨਹੀਂ ਪਾਉਣਗੇ। ਕਦੇ ਉਹ ਵੀ ਢਿੱਲੇ ਢਾਲੇ ਕੱਪੜੇ ਪਾ ਕੇ ਨਿਕਲ ਗਏ
ਕਿਤੇ ਗਰੀਬ ਦੇ ਚੱਕਰ 'ਚ ਹੀ ਨਾ ਲੰਘ ਜਾਣ, ਉਹਨਾਂ ਨੂੰ ਕੁਛ ਲਿਆ ਹੀ ਨਾ ਜਾਵੇ, ਕੀ ਕੀਤਾ ਜਾਏ। ਜਦੋਂ ਕਈ ਜਣਿਆਂ ਨੇ ਘੋਖਿਆ ਤਾਂ ਬੜੀ ਮਜ਼ੇਦਾਰ ਇੱਕ ਚੀਜ਼ ਦਿਸੀ ਕਿ ਭਈ ਜਿਹੜੇ ਗਰੀਬ ਨੇ ਕੱਪੜੇ ਤਾਂ ਕਦੇ ਕਦਾਈ ਫਿਰ ਉਹਨਾਂ ਦੇ ਠੀਕ ਲੱਗਦੇ ਨੇ, ਪਰ ਇਹ ਵੇਖਣ ਵਿੱਚ ਆਇਆ ਕਿ ਇੱਕ ਵੀ ਗਰੀਬ ਪੈਰੀਂ ਬੂਟ ਨਹੀਂ ਸੀ ਪਾ ਰਿਹਾ। ਕਿਸੇ ਕਿਸੇ ਦੇ ਪੈਰੀਂ ਚੱਪਲਾਂ ਸਨ ਘਸੀਆਂ ਹੋਈਆਂ, ਕਿਸੇ ਨੇ ਕੁਝ ਨਾ ਕੁਝ ਬੰਨ੍ਹ ਕੇ ਗੱਤਿਆਂ ਵਰਗੀਆਂ ਚੀਜ਼ਾਂ ਬੰਨ੍ਹੀਆਂ ਹੋਈਆਂ ਸਨ, ਯਾਨੀ ਕੁਝ ਨਾ ਕੁਝ ਹੋਰ ਢੰਗ ਅਪਣਾਏ ਸਨ, ਤੇ ਬਹੁਤੇ ਤਾਂ ਨੰਗੇ ਪੈਰੀਂ ਸਨ। ਕਮਾਲ ਇਹ ਸੀ ਕਿ ਕਿਸੇ ਇੱਕ ਦੇ ਵੀ ਬੂਟ ਨਹੀਂ ਦਿਸੇ। ਤੇ ਇੱਧਰ ਰੱਜੇ ਪੁੱਜਿਆਂ ਨੇ ਆਪਣੀ ਟੌਰ ਕੱਢਣੀ ਸੀ, ਉਹਨਾਂ ਨੇ ਪੂਰੀ ਟਿਸ਼ ਕੱਢੀ ਤੇ ਫਿਰ ਪੂਰੇ ਬੂਟ ਲਿਸ਼ਕਵੇਂ ਪਾ ਕੇ ਨਿਕਲੇ। ਸੋ ਉਹਨਾਂ ਨੇ ਕੀ ਫੈਸਲਾ ਕੀਤਾ ਕਿ ਅਸੀਂ ਹੁਣ ਪੁੱਛਣਾ ਨਹੀਂ, ਉਹ ਤਾਂ ਬੇਅਦਬੀ ਜੇ, ਕਿਸੇ ਦੀ ਬੇਕਦਰੀ ਹੈ। ਆਪਾਂ ਕਵਾਂਗੇ ਜਿਸ ਦੇ ਪਏ ਬੂਟ ਦੇਖ ਲਏ ਉਹਨੂੰ ਟੈਕਸ ਦੇ ਕੇ ਜਾਣਾ ਪੈਣਾ। ਲਓ ਜੀ, ਐਲਾਨ ਹੋ ਗਿਆ ਭਈ ਪੈਰੀਂ ਲਿਸ਼ਕਦੇ ਬੂਟ, ਟੈਕਸ ਦਿਓ ਤੇ ਪੁੱਲ ਲੰਘ ਜਾਓ। ਦੋਨੋਂ ਪਾਸੇ ਚਾਅ ਸੀ ਇੱਕ ਦੂਜੇ ਦੀਆਂ ਜ਼ਿੰਦਗੀਆਂ 'ਚ ਝਾਤ ਮਾਰਨ ਦਾ। ਜਿੱਥੇ ਰੱਜੇ ਪੁੱਜੇ ਨੱਕ ਤੇ ਰੁਮਾਲ ਰੱਖ ਕੇ ਕਦੇ ਉਧਰੋਂ ਦੀ ਝਾਕਦੇ ਵੀ ਨਹੀਂ ਸਨ, ਅੱਜ ਵਿਖਾਉਣ ਚੱਲੇ ਆਪਣੇ ਬੱਚਿਆਂ ਨੂੰ, ਆਓ ਦਿਖਾਈਏ ਅਸੀਂ ਕੀ ਕੁਝ ਹਾਸਲ ਕਰ ਲਿਆ, ਅਸੀਂ ਕਿਵੇਂ ਉੱਚੇ ਹੋ ਗਏ, ਅਸੀਂ ਦੂਜਿਆਂ ਤੋਂ ਉਤਾਂਹ ਵਾਂ, ਅਸੀਂ ਰੱਬ ਦੇ ਨੇੜੇ ਹਾਂ। ਤੇ ਦੂਜੇ ਪਾਸੇ ਇੱਕ ਚਾਹ ਸੀ ਗਰੀਬਾਂ ਨੂੰ ਵੀ, ਵੇਖੀਏ ਤਾਂ ਸਹੀ ਕਿ ਪੈਸਾ ਬੰਦੇ ਨੂੰ ਕੀ ਤਬਦੀਲੀ ਲਿਆ ਕੇ ਕਿਸ ਤਰੀਕੇ ਦਾ ਬਣਾ ਦਿੰਦਾ, ਝਾਤਾਂ ਮਾਰੀਏ। ਸੋ ਇਹ ਸੋਚ ਸੀ ਦੋਨਾਂ ਦੇ ਵਿੱਚ, ਜਿਸ ਨੇ ਉਸ ਪੁੱਲ ਦੇ ਉੱਤੇ ਚੜ੍ਹਨ ਦਾ ਚਾਅ ਦੁੱਗਣਾ ਕੀਤਾ ਹੋਇਆ ਸੀ। ਕਮਾਲ ਦੀ ਗੱਲ ਦੱਸਾਂ ਕਿ ਜਿਸ ਤਰੀਕੇ ਦੀ ਸੋਚ ਉਹਨਾਂ ਨੇ ਪਾਲੀ ਸੀ, ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਟੈਕਸ ਇੱਥੇ ਦਿਵਾਉਣਾ ਹੈ, ਉਹ ਟੈਕਸ ਵਾਲੀ ਗੱਲ ਫੇਲ ਹੋ ਗਈ। ਭਲਾ ਬੁੱਝ ਕੇ ਵੇਖੋ ਕਿਉਂ। ਸ਼ਾਇਦ ਤੁਹਾਨੂੰ ਵੀ ਓਨਾ ਹੀ ਔਖਾ ਜਾਪੇ ਜਿੰਨਾ ਮੈਨੂੰ ਲੱਗਿਆ ਸੀ। ਮੈਂ ਬਹੁਤ ਸਾਰੇ ਕਾਰਨ ਲੱਭੇ, ਮੈਂ ਲੱਭ ਨਹੀਂ ਸਕੀ ਸਾਂ, ਪਰ ਜਦੋਂ ਅਸਲ ਘਟਨਾ 'ਚ ਝਾਤ ਮਾਰਿਆ, ਸੱਚਮੁੱਚ ਬਹੁਤ ਕੁਝ ਸੋਚਣ ਤੇ ਮਜਬੂਰ ਕਰ ਦਿੰਦਾ। ਪਤਾ ਜੇ ਕੀ ਹੋਇਆ? ਪੁੱਲ ਖੁੱਲ੍ਹੇ ਸਨ, ਦੋਨੋਂ ਪਾਸੇ ਪੁੱਲ ਦਾ ਹਿੱਸੇ ਖੁੱਲ੍ਹੇ ਸਨ, ਤੇ ਉਸ ਦਿਨ ਇੱਕ ਅਜੀਬ ਨਜ਼ਾਰਾ ਵੇਖਿਆ ਗਿਆ। ਪਤਾ ਜੇ ਕੀ? ਰੱਜੇ ਪੁੱਜਿਆਂ ਦੇ ਪੈਰੀਂ ਬੂਟ ਨਹੀਂ ਸਨ। ਲੱਗਿਆ ਨਾ ਅਜੀਬ? ਬੂਟਾਂ ਤੋਂ ਬਗੈਰ ਪੂਰੀ ਟਿਸ਼ ਕੱਢੀ ਹੋਈ, ਪਰ ਸਿਰਫ ਕਾਰਨ ਇਹ ਕਿ ਅਸੀਂ ਟੈਕਸ ਤੋਂ ਬਚਣਾ। ਅਸੀਂ ਨੰਗੇ ਪੈਰ ਲੰਘ ਜਾਵਾਂਗੇ, ਪਰ ਟੈਕਸ ਤੋਂ ਕਿਸੇ ਵੀ ਹਾਲ ਵਿੱਚ ਅਸੀਂ ਬਚਣਾ, ਟੈਕਸ ਨਹੀਂ ਦੇਣਾ। ਤੇ ਦੂਜੇ ਪਾਸੇ ਝਾਤ ਮਾਰਿਓ, ਮੰਗਵੇਂ ਭਾਵੇਂ ਘਸੇ ਹੋਏ ਬੂਟ ਹੀ ਸਹੀ। ਗਰੀਬਾਂ ਦੇ ਪੈਰੀਂ ਉਹ ਪਹਿਲਾ ਦਿਨ ਸੀ ਜਦੋਂ ਬੂਟ ਦਿਸੇ। ਕਾਰਨ ਪਤਾ ਜੇ ਕੀ ਸੀ? ਅਸੀਂ ਚੱਲੇ ਹਾਂ ਰੱਜੇ ਪੁੱਜਿਆਂ ਵੱਲ। ਅਸੀਂ ਆਪਣੀ ਹੀਨ ਭਾਵਨਾ ਲੈ ਕੇ ਨਹੀਂ ਜਾਣੀ, ਉਹ ਵੀ ਸਾਡੇ ਵੱਲ ਮਾੜੀਆਂ ਨਜ਼ਰਾਂ ਨਾਲ ਨਾ ਤੱਕਣ, ਜਾਂ ਸਾਡੇ ਪੈਰਾਂ ਵੱਲ ਵੇਖ ਕੇ ਨੱਕ ਮੂੰਹ ਨਾ ਸਿਕੋੜਨ। ਅਸੀਂ ਆਪਣੀ ਅਣਖ ਦੇ ਨਾਲ ਜਾਣਾ ਚਾਹੁੰਦੇ ਹਾਂ। ਕੀ ਹੋਇਆ ਜੇ ਪੈਸੇ ਘੱਟ ਨੇ, ਪਰ ਅਣਖ ਤਾਂ ਹੈ ਨਾ। ਅਸੀਂ ਲੰਘਾਂਗੇ ਟੌਰ ਨਾਲ, ਪਰ ਲੰਘਾਂਗੇ ਬੂਟ ਪਾ ਕੇ, ਇਹ ਦਿਖਾਉਣ ਲਈ ਕਿ ਅਸੀਂ ਟੈਕਸ ਦੇ ਸਕਦੇ ਹਾਂ। ਮੰਨ ਲਿਆ ਪੈਸੇ ਘੱਟ ਨੇ, ਪਰ ਦਿਲੋਂ ਬਹੁਤ ਅਮੀਰ ਹਾਂ, ਅਸੀਂ ਟੈਕਸ ਦੇ ਸਕਦੇ ਹਾਂ। ਤੇ ਅਸੀਂ ਰੱਜੇ ਪੁੱਜਿਆਂ ਵਿੱਚ ਜਾ ਕੇ ਉਹਨਾਂ ਨੂੰ ਵੀ ਇਹ ਨਹੀਂ ਦਿਖਾਉਣਾ ਚਾਹੁੰਦੇ, ਕਿਤੇ ਉਹਨਾਂ ਨੂੰ ਲੱਗੇ ਕੌਣ ਨੇ ਜਿਹੜੇ ਸਾਡੇ ਵਿੱਚ ਆ ਚੁੱਕੇ ਨੇ। ਇਹ ਟੈਕਸ ਜਮ੍ਹਾਂ ਤਾਂ ਹੋਇਆ, ਪਰ ਸਾਰੇ ਦਾ ਸਾਰਾ ਟੈਕਸ ਗਰੀਬਾਂ ਵੱਲੋਂ ਭਰਿਆ ਸੀ। ਇੱਕ ਵੀ, ਧਿਆਨ ਕਰਿਓ, ਇੱਕ ਵੀ ਰੱਜਾ ਪੁੱਜਾ ਨਹੀਂ ਸੀ ਜਿਹੜਾ ਬੂਟ ਪਾ ਕੇ ਲੰਘਿਆ ਹੋਇਆ। ਤਾਂ ਇਹ ਦਰਜ ਕੀਤੀ ਗਈ ਗੱਲ ਅੱਜ ਵੀ ਪਈ ਜੇ। ਗਏ ਨਾ ਕਦੇ ਪੋਲੈਂਡ ਵੱਲ, ਜ਼ਰੂਰ ਜਾਇਓ। ਉਹਨਾਂ ਦੇ ਅੱਜ ਵੀ ਜੋ ਮੇਅਰ ਦੇ ਦਫ਼ਤਰ ਹੋਣਗੇ, ਉਹਨਾਂ ਵਿੱਚ ਜਾ ਕੇ ਵੇਖ ਸਕਦੇ ਹੋ। ਇਹ ਲਿਖਿਆ ਹੋਇਆ ਕਿ ਰੱਜੇ ਪੁੱਜੇ ਕਿਵੇਂ ਪੈਸਿਆਂ ਦੇ ਨਾਲ ਜੱਫਾ ਪਾ ਕੇ ਬਹਿ ਜਾਂਦੇ ਨੇ, ਸੰਕੀਰਨ ਸੋਚ ਦੇ ਮਾਲਕ ਹੋ ਜਾਂਦੇ ਨੇ।
ਕਿਵੇਂ ਹੋਰ ਤੇ ਹੋਰ ਦੇ ਲਾਲਚ ਵਿੱਚ ਦਫਨ ਹੋ ਜਾਂਦੇ ਨੇ। ਮੈਂ ਜਮਾ ਹੀ ਕਰੀ ਜਾਣਾ, ਕੱਢ ਨਾ ਲਵਾਂ। ਪਰ ਜੇ ਅਸਲ ਦਿਲ ਦੇਖਣਾ ਹੋਏ ਤਾਂ ਉਹਨਾਂ ਦਾ ਦੇਖਿਓ ਜਿਨ੍ਹਾਂ ਕੋਲ ਘੱਟ ਜੇ ਪਰ ਫਿਰ ਵੀ ਦੇ ਸਕਣ ਲਈ ਖੁੱਲ੍ਹੇ ਰੱਖੇ ਨੇ ਦਿਲ। ਦਿਲੋਂ ਅਮੀਰ ਹੋ ਜਾਂਦੇ ਨੇ ਉਹ ਲੋਕ ਜਿਨ੍ਹਾਂ ਕੋਲ ਪੈਸਾ ਘੱਟ ਵੀ ਹੋਵੇ, ਪਰ ਉਹ ਕਿਸ ਤਰੀਕੇ ਅਣਖ ਬਰਕਰਾਰ ਰੱਖਦੇ ਜੋ ਉਹਨਾਂ ਨੇ ਪੈਸੇ ਭਰਵਾਏ। ਵਾਕਈ ਉਹ ਸਾਰੇ ਸਮੇਂ ਨੇ ਇੱਕ ਅੱਜ ਦੇ ਦਿਨ ਤੱਕ ਵੀ ਜੋ ਇਤਿਹਾਸ ਸਾਂਭ ਕੇ ਰੱਖਿਆ। ਸਹੀ ਜੇ, ਪਰ ਸਾਡੇ ਅੰਦਰ ਕੁਝ ਨਾ ਕੁਝ ਵਾਪਰ ਜ਼ਰੂਰ ਜਾਂਦਾ ਜੇ ਜਦੋਂ ਪੈਸਿਆਂ ਨੂੰ ਇਕੱਠੇ ਕਰਨ ਦਾ 99 ਦਾ ਗੇੜ ਸ਼ੁਰੂ ਹੁੰਦਾ ਜੇ। ਉਹਦੇ ਵਿੱਚ ਕਿਤੇ ਅਸੀਂ ਉਹੀ ਗਰੀਬੀ ਵਾਲੀ ਅਣਖ ਤਾਂ ਨਹੀਂ ਚੱਬ ਰਹੇ। ਧਿਆਨ ਰੱਖਿਓ।